अस्सलाम वालेकुम वरहमतुल्लाह वबरकातुह। दोस्तों ਅੱਜ ਤੁਹਾਨੂੰ ਆਪਣੇ ਨਾਲ ਅਸੀਂ ਇਹ ਜਿਹੜਾ ਇਲਾਕਾ ਹੈ ਨਾ ਬਾਇਰਨ ਦਾ, ਇਹ ਵਿਰਸਬੁਰਗ ਸ਼ਹਿਰ ਤੁਸੀਂ ਦੇਖਿਆ ਸੁਣਿਆ ਹੋਵੇਗਾ। ਵਿਰਸਬੁਰਗ ਉਸ ਦੇ ਕਰੀਬ ਦਾ ਇਲਾਕਾ ਜਿਹੜਾ ਉਹ ਦਿਖਾ ਰਹੇ ਹਾਂ ਤੇ ਇਨਸ਼ਾਅੱਲਾ ਵਾਪਸੀ ਤੇ ਵੀ ਤੁਹਾਨੂੰ ਨਜ਼ਾਰੇ ਦਿਖਾਉਂਦੇ ਜਾਵਾਂਗੇ। ਬੜਾ ਹੀ ਖੂਬਸੂਰਤ ਮੌਸਮ ਹੈ। ਇਹ ਉੱਥੋਂ ਅਸੀਂ ਦੇਖ ਰਹੇ ਹਾਂ ਕਾਫੀ ਉਚਾਈ ਤੇ ਆ ਕੇ ਇੱਥੇ ਇੱਕ ਪਿੰਡ ਦਾ ਨਾਂ ਹੈ ਸੈੱਲ ਅਸੀਂ ਅਮੂਮਨ ਬੈਟਰੀ ਨੂੰ ਕਹਿੰਦੇ ਜਿਹੜੀ ਰੇਡੀ 'ਚ ਪੈਂਦੀ ਹੈ ਸੈੱਲ। ਲੇਕਿਨ ਬਹਰਹਾਲ ਇੱਥੇ ਕਈ ਐਸੇ ਅਜੀਬੋ ਗਰੀਬ ਨਾਮ ਹੁੰਦੇ ਨੇ। ਉਹ ਦੇਖੋ ਤੁਸੀਂ, ਹੁਣ ਧੁੱਪ ਹੁੰਦੀ ਤੇ ਸ਼ਾਇਦ ਉਹ ਵੀ ਨਜ਼ਰ ਆ ਜਾਂਦਾ। ਇਸ ਸਾਈਡ ਤੇ ਨਾਲ ਜੰਗਲ ਚੱਲ ਰਿਹਾ ਔਰ ਜੇ ਵੀ ਸਾਨੂੰ ਕੋਈ ਅੱਛੀ ਚੀਜ਼ ਨਜ਼ਰ ਆਏਗੀ ਤੁਹਾਨੂੰ ਨਾਲ ਦਿਖਾਵਾਂਗੇ। ਉਮੀਦ ਹੈ ਪਸੰਦ ਆਏਗੀ। ਜਰਮਨੀ ਮੁਲਕ ਦੀ ਇੱਕ ਖੂਬੀ ਇਹ ਵੇ ਕਿ ਇੱਥੇ ਜਿਸ ਇਲਾਕੇ 'ਚ ਵੀ ਜਿੱਧਰ ਵੀ ਚਲੇ ਜਾਓ ਤੁਹਾਨੂੰ ਦਰਖਤ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ। ਮੋਟਰਵੇ ਦੀਆਂ ਸਾਈਡਾਂ 'ਤੇ ਦਰਖਤ ਜਾਂ ਕਿਸੇ ਮੋਟਰਵੇ ਤੋਂ ਉੱਤਰ ਕੇ ਥੱਲੜੇ ਇਲਾਕਿਆਂ ਚਲੇ ਜਾਓ ਤੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਜੰਗਲ ਔਰ ਨਾਲ ਜਿਵੇਂ ਕੋਈ ਪਹਾੜੀ ਨੁਮਾ ਇਲਾਕਾ ਹੈ। ਬਹਰਹਾਲ ਵਿਰਸਬੁਰਗ ਸ਼ਹਿਰ ਜਿਹੜਾ ਉਹਦੇ ਆਲੇ ਦੁਆਲੇ ਦਾ ਇਹ ਤੁਹਾਨੂੰ ਮੰਜ਼ਰ ਇਸ ਟਾਈਮ ਦਿਖਾ ਰਹੇ ਹਾਂ। ਇਹ ਸੂਬਾ ਬੜਾ ਸਖਤ ਸੂਬਾ ਹੈ। CDU ਜਿਹੜੀ ਹੈ ਜਾਂ CSU ਉਹਨਾਂ ਦੀ ਇੱਥੇ ਅਮੂਮਨ ਹਕੂਮਤ ਹੁੰਦੀ ਹੈ। ਔਰ ਦੇਖੋ ਜਗ੍ਹਾ ਦਾ ਨਾਂ ਆ ਗਿਆ ਜੀ ਅੱਗੇ ਮਾਰਕਡ ਸੈੱਲ ਮਾਈਨ ਜਿਹੜੀ ਦਰਿਆ ਦਾ ਤੇ ਬਾਕੀ ਇਹ ਜਗ੍ਹਾ ਸੈੱਲ ਮੇਰਾ ਖਿਆਲ ਜਿਹੜਾ ਤੁਹਾਨੂੰ ਜ਼ਿਕਰ ਕੀਤਾ ਸੀ। ਖੂਬਸੂਰਤ ਨਜ਼ਾਰਾ ਹੈ ਚਰਚ ਦੇ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਦੇਖੋ ਸਾਹਮਣੇ ਸ਼ੇਡ ਲੱਗੀ ਹੈ। ਸੱਜੇ ਪਾਸੇ ਚੱਲ ਜਾਓ ਤੇ ਵਿਰਸਬੁਰਗ ਸ਼ਹਿਰ। ਅਸੀਂ ਸੀਲਿੰਗ ਖੱਬੇ ਪਾਸੇ ਮੁੜ ਰਹੇ ਹਾਂ। ਇਹ ਕੋਈ ਲੱਗਦਾ ਹੈ ਅੰਦਰ ਕੋਈ ਕਿਲਾ ਸ਼ਿਲਾ ਜਾਂ ਕੀ ਦੀਵਾਰ ਵੱਡਾ ਬਹੁਤ ਬਣਿਆ। ਜਦੋਂ ਵੀ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਕਸਬੇ 'ਚ ਦਾਖਲ ਹੁੰਦੇ ਹੋ ਨਾ ਤੁਹਾਨੂੰ ਉੱਥੇ ਵੱਡੇ ਚਰਚ ਜਾਂ ਵੱਡੇ ਉਹ ਕਿਲੇ ਬਣੇ ਜ਼ਰੂਰ ਨਜ਼ਰ ਆਉਂਦੇ ਨੇ। ਇਹ ਇਹਨਾਂ ਦੀ ਪਤਾ ਨਹੀਂ ਕੀ ਹਿਸਟਰੀ ਹੈ ਇਹਨਾਂ ਮੁਲਕਾਂ ਦੀ ਕਿ ਜਿਹੜੇ ਕਿਲੇ ਨੇ ਪਹਾੜਾਂ ਦੇ ਉੱਤੇ ਉਹ ਤੁਹਾਨੂੰ ਜ਼ਰੂਰ ਨਜ਼ਰ ਆਉਣਗੇ। ਹੁਣ ਅਸੀਂ ਇਸ ਟਾਈਮ ਵਿਰਸਬੁਰਗ ਯੂਨੀਵਰਸਿਟੀ ਵਿਰਸਬੁਰਗ ਦਾ ਇੱਕ ਹਿੱਸਾ ਹੈ ਵਿੱਚ ਅਸੀਂ ਇਸ ਟਾਈਮ ਦਾਖਲ ਹੋ ਰਹੇ ਹਾਂ। ਤੁਸੀਂ ਦੇਖੋ ਮਾਈਨ ਉਹ ਜਿਹੜਾ ਫਰੈਂਕਫਰਟ 'ਚ ਵੀ ਗੁਜ਼ਰ ਕੇ ਆਉਂਦਾ ਤੇ ਬਾਕੀ ਅੱਗੋਂ ਆਬਾਦੀ ਤੁਹਾਨੂੰ ਨਜ਼ਰ ਆ ਰਹੀ ਸਾਰੀ। ਫੁਲਡਾ ਦੀ ਸ਼ੀਲਡ ਵੀ ਨਜ਼ਰ ਆਈ ਹੈ ਤੇ ਗਾਲਬਨ ਫੁਲਡਾ ਅਗਰ ਜਾਣਾ ਹੋਵੇ ਤਾਂ ਇੱਥੋਂ ਮੇਰਾ ਇੰਨਾ ਦੂਰ ਸ਼ਾਇਦ ਨਹੀਂ ਹੋਏਗਾ। ਔਰ ਬਹਰਹਾਲ ਵਿਰਸਬੁਰਗ ਸ਼ਹਿਰ ਮੇਰਾ ਖਿਆਲ ਹੈ ਪਹਿਲੀ ਵਾਰੀ ਆਉਣ ਦਾ ਇਤਫਾਕ ਹੋ ਰਿਹਾ। ਪਹਿਲੇ ਕਦੇ ਇੱਧਰ ਚੱਕਰ ਨਹੀਂ ਲੱਗਾ। ਇਹ ਥੱਲੇ ਸਾਰੀਆਂ ਤੁਹਾਨੂੰ ਟ੍ਰੇਨ ਦੀ ਪਟੜੀ ਨਜ਼ਰ ਆ ਰਹੀ ਜੇ। ਅੱਗੇ ਪੁਰਾਣੇ ਘਰ ਜਿਹੜੇ 2-4 ਮੰਜ਼ਿਲਾ ਇਸ ਸਾਈਡ ਤੇ ਨਾਲ ਤੋਂ ਅਸੀਂ ਖੱਬੇ ਹੋ ਜਾਂਦੇ। Nimm die linke Spur, abzubiegen auf die B27 Veitshöchheimer Straße. ਲਓ ਜੀ ਸਾਡੀ ਮੰਜ਼ਿਲ Biege rechts ab in die Steinstraße. ਇਹ ਦੇਖੋ ਤੁਸੀਂ ਪਹੁੰਚ ਗਏ ਆ। ਛੋਟਾ ਜਿਹਾ ਹਿੱਸਾ ਹੀ ਹੈ ਵੀ ਇੱਥੇ ਅਸੀਂ ਮੇਰਾ ਖਿਆਲ ਹੈ ਜਿੱਥੇ ਅੱਜ ਗੱਡੀ ਵੇਖਣ ਵਾਸਤੇ ਤੇ ਆਉਣਾ ਸੀ ਤੇ ਇਹ ਤੇ ਸ਼ੀਲਡਾਂ ਲਾਈਆਂ ਨੇ। ਇਹ ਕਿਉਂ ਲਾਈਆਂ ਨੇ ਦੇਖਦੇ ਯਾਰ। ਲਓ ਜੀ ਦੋਸਤੋ ਅਸੀਂ ਫਾਈਲਸਹੋਖਹਾਈਮ ਜਗ੍ਹਾ ਹੈ ਉੱਥੇ ਆਏ ਹਾਂ ਤੇ ਇਹ ਉਹਦੇ ਤੁਸੀਂ ਘਰ ਦੇਖ ਰਹੇ ਜੇ। ਇਲਾਕਾ ਘਰ ਵੀ ਜਿਹੜੇ ਨੇ ਸਾਰੇ ਗੱਡੀ ਦੇਖਣ ਵਾਸਤੇ ਆਏ ਹਾਂ। ਗੱਡੀ ਫਰੈਂਕਫਰਟ ਤੋਂ 130 ਕਿਲੋਮੀਟਰ ਦੂਰ ਜਰਮਨ ਕੋਲੋਂ। ਲੇਕਿਨ ਗੱਡੀ ਜਿਹੜੀ ਹੈ ਆ ਕੇ ਦੇਖੀਏ ਤੇ ਇੱਕ ਨਵਾਂ ਤਜਰਬਾ ਹੋਇਆ। ਜੋ ਉਹਨੇ ਦੱਸਿਆ ਬਿਲਕੁਲ ਉਸ ਤੋਂ ਆਪੋਜ਼ਿਟ। ਤੇ ਬਹਰਹਾਲ ਇਹ ਵੀ ਇੱਕ ਤਜਰਬਾ। ਇਨਸਾਨ ਨੂੰ ਜਦੋਂ ਦੂਰ ਜਾਣਾ ਪੈਂਦਾ ਤੇ ਫਿਰ ਕਈ ਤਜਰਬਾਤ ਜਿਹੜੇ ਨੇ ਬੰਦੇ ਨੂੰ ਹੁੰਦੇ ਨੇ। ਹੁਣ ਇੱਥੇ ਅਸੀਂ ਇਹਦੇ ਵਿੱਚ ਗੱਡੀ ਵੇਖਦੇ ਹਾਂ। ਸਾਨ ਰੀਮਨ ਸਭ ਤੋਂ ਬੁਨਿਆਦੀ ਹੁੰਦਾ ਇਹਦੇ ਵਿੱਚ। ਇਸ ਜਗ੍ਹਾ 'ਤੇ ਸਾਨ ਰੀਮਨ ਹੁੰਦਾ। ਉਹਨੇ ਕਿਹਾ ਕਿ ਐਕਸਚੇਂਜ ਹੋਇਆ ਵੀ ਮੈਂ ਚੈੱਕ ਆਊਟ ਦੇਖੀ ਉੱਥੇ ਕੋਈ ਸਾਈਨ ਨਹੀਂ। ਤੇਲ ਦਾ ਲੱਗਾ ਇੱਥੇ ਕਿ ਤੇਲ ਜਿਹੜਾ 128 ਤੇ ਚੇਂਜ ਹੋਇਆ। ਤੇ ਬਾਕੀ ਜਦੋਂ ਵੀ ਕੋਈ ਗੱਡੀ ਦੇਖੋ ਇੰਜਨ ਨੂੰ ਜ਼ਰਾ ਇੱਕ ਦਫਾ ਆਫ ਕਰੋ ਫਿਰ ਸਟਾਰਟ ਕਰਨਾ ਜ਼ਰਾ। ਤੇ ਹੁਣ ਇਸ ਟਾਈਮ ਜਿਹੜੀ ਆਵਾਜ਼ ਤੁਹਾਨੂੰ ਆ ਰਹੀ ਹੈ ਠੀਕ ਆਵਾਜ਼ ਆ ਰਹੀ ਹੈ। ਲੇਕਿਨ ਗੱਡੀ ਨੂੰ ਹਮੇਸ਼ਾ ਸਟਾਰਟ ਕਰਨ ਲੱਗਿਆ ਉਹਦੀ ਜਿਹੜੀ ਆਵਾਜ਼ ਦੇਖਣੀ ਹੈ ਜਿਹੜਾ ਇੰਜਨ ਹੈ ਇਹ ਥੋੜ੍ਹਾ ਬਹੁਤਾ ਮੂਵ ਕਰ ਰਿਹਾ ਔਰ ਇਹਦੀ ਇੱਕ ਅੰਦਰ ਲਾਈਟ ਆਉਣੀ ਥੋੜ੍ਹੀ ਦੇਰ ਬਾਅਦ ਆਨ ਕਰਨਾ। ਹਾਂਜੀ ਜ਼ਾਹਿਰ ਤੇ ਠੀਕ ਲੱਗ ਰਿਹਾ। ਲੇਕਿਨ ਉਹਨੇ ਕਿਹਾ ਜਿਹਦੀ ਕੁਪਲੁੰਗ ਚੇਂਜ ਹੋਣ ਵਾਲੀ ਹੈ। ਹੁਣ ਅਸੀਂ ਕੁਪਲੁੰਗ ਵੇਖਣੇ ਕਿ ਕਿੰਨੀ ਕੁ ਖਰਾਬ ਹੈ। ਬਾਕੀ ਤੁਹਾਨੂੰ ਅੰਦਰੋਂ ਦਿਖਾਉਂਦੇ। ਇਹ ਅੰਦਰ ਇਹਦਾ ਇੰਜਨ ਦੀ ਲਾਈਟ ਹੈ ਜਿਹੜੀ ਆਨ ਹੈ ਨਾ ਇਹ ਨਹੀਂ ਆਨ ਹੋਣੀ ਚਾਹੀਦੀ। ਇਹਦੇ ਕੋਈ ਵੀ ਨੁਕਸ ਹੋ ਸਕਦਾ ਇੰਜਨ ਗੱਡੀ ਦਾ। ਲੇਕਿਨ ਇਹਨੇ ਨਹੀਂ ਦੱਸਿਆ ਮੈਨੂੰ। ਤੁਰੰਤ ਤੋਂ ਪਹਿਲਾਂ ਇਹਨੇ ਜ਼ਿਕਰ ਨਹੀਂ ਕੀਤਾ। ਬਾਕੀ ਇਹਨੇ ਕਿਹਾ ਜੀ ਸਾਨ ਰੀਮਨ ਹੋਈ ਹੈ ਉਹਦਾ ਵੀ ਮੈਨੂੰ ਕੋਈ ਨਹੀਂ ਦਿੱਤਾ ਨਾ।
ਬਾਕੀ ਇਹ ਮੈਂ ਇਹਦਾ ਆਈਸ ਹੁਣ ਆਨ ਕੀਤਾ ਹੈ, ਕਾਫੀ ਦੇਰ ਦਾ, ਹਜੇ ਤੱਕ ਗਰਮ ਨਹੀਂ ਹੋ ਰਿਹਾ। ਕਲੀਮੇ ਦਾ ਚੈੱਕ ਕੀਤਾ, ਚੱਲਦਾ ਹੈ। ਦੇਖਦੇ ਹਾਂ ਹੁਣ ਆਉਂਦਾ ਜੀ ਮੈਂ ਅਪ ਮੈਲਡਨ ਕਰਾ ਕੇ ਦੇਣੀ ਆਉਂਦਾ, ਤੇ ਬਾਕੀ ਨੈਕਸਟ ਕੱਲ ਫਿਰ ਆਉਣ 'ਤੇ ਹੁੰਦੀ ਹੈ। ਨਾਰਮਲ ਜਦੋਂ ਤੁਹਾਨੂੰ ਕੋਈ ਬੰਦਾ ਕਹਿੰਦਾ ਹੈ ਕਿ ਸਾਨ ਰੀਮਨ ਦਾ ਚੇਂਜ ਹੋਇਆ ਹੈ, ਯਾਨੀ ਕਿ ਇਸ ਜਗ੍ਹਾ 'ਤੇ ਟਾਈਮਿੰਗ ਬੈਲਟ, ਇੱਥੇ ਕੋਈ ਨਾ ਕੋਈ ਸਾਈਨ ਹੋਣਾ ਚਾਹੀਦਾ ਨਾ ਇੱਥੇ ਲੱਗਾ, ਤੇ ਸਿਰਫ ਤੇਲ ਚੇਂਜ ਹੋਣ ਅਗਰ ਉਹਦੇ ਕੋਲ ਕੋਈ ਨਾਕ ਵਾਈਜ਼ ਜਾਂ ਕੋਈ ਸਬੂਤ ਨਹੀਂ ਹੈਗਾ, ਤੇ ਫਿਰ ਜ਼ਬਾਨੀ ਕਲਾਮੀ ਤੁਹਾਡਾ ਆਪਣਾ ਰਿਸਕ ਹੈ। ਇੱਥੇ ਮੈਨੂੰ ਕੋਈ ਸਾਈਨ ਵੀ ਨਜ਼ਰ ਨਹੀਂ ਆ ਰਹੇ ਜਿਵੇਂ ਕੋਈ ਖੁੱਲ੍ਹਾ ਹੋਵੇ ਜਾਂ ਨਹੀਂ ਖੁੱਲ੍ਹਾ ਹੋਵੇ। ਬਹਰਹਾਲ ਤੇ ਹੁਣ ਉਹਦੇ ਆਉਣ 'ਤੇ ਅਪ ਮੈਲਡਨ ਕਰਾ ਗਿਆ, ਸ਼ੀਲਡਾਂ ਲਾ ਕੇ ਕਹਿੰਦਾ ਜੀ ਮੈਂ ਉਹਦੇ पैर नहीं देनी, देखने की रिजल्ट होगा हमारा। लें जी दोस्तों, गाड़ी तो हमने ली खरीद, अब उसी पे वापस जा रहे हैं। ये आप देख रहे हैं वुर्सबुर्ग का इलाका है और पहाड़ी के ऊपर खूबसूरत मकानात, लेकिन बादल की वजह से इतना नज़ारा। ये देखें, ये वो जो गाड़ियाँ जो श्रोट होती हैं उनका मेटल जो है वो यहाँ पे सारा अंदर वो डाल के तो उसको करेंगे। गल ਚੱਲ ਰਹੀ ਸੀ ਪੰਜਾਬੀ ਦੇ ਵਿੱਚ ਤੇ ਆ ਗਏ ਉਰਦੂ ਤੇ। ਲੋ ਜੀ, ਇਹ ਵੁਰਸਬੁਰਗ ਸ਼ਹਿਰ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਜੇ। ਇਹ ਦਾ ਨਾਂ ਜੇ ਬਰੁਕੇ ਦਰ ਆਈਨਹਾਈਟ। ਮੁxtਲਿਫ ਸ਼ਹਿਰਾਂ 'ਚ ਬਾਜ਼ ਕਾ ਜਿਹੜੇ ਬ੍ਰਿਜ ਬਣੇ ਹੁੰਦੇ ਨੇ ਉਹਨਾਂ ਦੇ ਨਾਮ ਦਿੱਤੇ ਹੁੰਦੇ ਨੇ। ਤੇ ਇਹ ਥੱਲੇ ਮਾਈਨ ਦਰਿਆ ਗੁਜ਼ਰ ਰਿਹਾ ਜਿਹੜਾ ਕਿ ਉੱਥੋਂ ਫਰੈਂਕਫਰਟ ਤੋਂ ਚੱਲਦਾ ਮੁxtਲਿਫ ਜਗ੍ਹਾ ਨੂੰ ਮਿਲਾਉਂਦਾ ਹੋਇਆ। ਉਹ ਦੇਖੋ ਉਚਾਈ ਦੇ ਉੱਤੇ ਇੱਕ ਬੜਾ ਵੱਡਾ ਕਿਲਾ ਜਿਹਾ ਕੋਈ ਨਜ਼ਰ ਆ ਰਿਹਾ, ਜਿਵੇਂ ਮੈਂ ਜ਼ਿਕਰ ਕੀਤਾ ਸੀ ਸਾਹਮਣੇ ਫਿਰ ਹੈ ਕਿ ਵੁਰਸਬੁਰਗ ਦਾ। ਔਰ ਉਸ ਸਾਈਡ ਤੇ ਜਿਹੜੇ ਨੇ ਉਹਦੇ ਚਰਚ ਨਜ਼ਰ ਆ ਰਹੇ ਨੇ। ਲਓ ਜੀ, ਇਹ ਵੁਰਸਬੁਰਗ ਸ਼ਹਿਰ ਦੇ ਬਾਜ਼ ਮਨਾਜ਼ਰ ਤੁਸੀਂ ਇਸ ਟਾਈਮ ਦੇਖ ਰਹੇ ਹੋ। ਅਸੀਂ ਇਹਦੇ ਉੱਤੇ ਚੱਲਦੇ ਹਾਂ ਸਿੱਧੇ ਇਨਸ਼ਾਅੱਲਾ ਫਰੈਂਕਫਰਟ, ਤੇ ਉੱਥੇ ਫੁਲਡਾ ਦੀ ਝੀਲ ਮੇ ਉੱਧਰ ਨਿਕਲ ਜਾਵਾਂਗੇ। ਇਹ ਦੇਖ ਮੈਂ ਕਿ ਪਹਿਲੀ ਵਾਰੀ ਮੌਕਾ ਮਿਲਿਆ ਇੱਥੇ ਆ ਕੇ ਤੇ ਆਪਣਾ ਵੁਰਸਬੁਰਗ ਦਾ ਨਜ਼ਾਰਾ ਕਰਨ ਦਾ, ਲੇਕਿਨ ਬਹਰਹਾਲ ਟਾਈਮ ਜ਼ਿਆਦਾ ਨਹੀਂ ਸੀ ਜਿਹਦੀ ਵਜ੍ਹਾ ਤੋਂ ਅਸੀਂ ਅੰਦਰ ਜਾ ਕੇ ਤੇ ਨਹੀਂ ਦਿਖਾ ਸਕੇ। ਚੱਲਦੇ ਜਿਹੜੀ ਨਜ਼ਰ ਪਈ ਹੈ ਉਹ ਤੁਹਾਨੂੰ ਦਿਖਾ ਦਿੱਤੀ ਹੈ। ਬੜਾ ਖੂਬਸੂਰਤ ਜਿਹਾ ਇੱਕ ਨਜ਼ਾਰਾ ਮੈਨੂੰ ਨਜ਼ਰ ਆਇਆ ਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਵੀ ਸ਼ੇਅਰ ਕਰ ਲਈਏ। ਇਸ ਸਾਈਡ ਤੇ ਤੁਸੀਂ ਦੇਖੋ ਉਚਾਈ ਤੋਂ ਅਸੀਂ ਗੁਜ਼ਰ ਰਹੇ ਹਾਂ। ਇੱਧਰ ਘਰ ਜਿਹੜੇ ਬੜੇ ਖੂਬਸੂਰਤ ਲੱਗ ਰਹੇ ਨੇ ਬਣੇ ਵੁਰਸਬੁਰਗ, ਗਾਲਬਨ ਵੁਰਸਬੁਰਗ ਦਾ ਕੋਈ ਹਿੱਸਾ ਹੈ ਜਾਂ ਵੁਰਸਬੁਰਗ ਸ਼ਹਿਰ 'ਚ ਬਾਹਰ, ਕਿਉਂਕਿ ਉੱਤੇ ਸ਼ੀਲਡ ਮੈਂ ਤਵੱਜੋ ਨਹੀਂ ਕੀਤੀ। ਉੱਤੇ ਪਹਾੜ ਦੇ ਉੱਤੇ ਵੀ ਕੁਝ ਘਰ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ, ਕਿਉਂਕਿ ਕੁਦਰਤੀ ਤੌਰ 'ਤੇ ਜਿਹੜੇ ਘਰ ਇਸ ਤਰ੍ਹਾਂ ਪਹਾੜਾਂ ਦੇ ਉੱਤੇ ਹੁਣ ਬੜੇ ਅੱਛੇ ਲੱਗਦੇ ਨੇ। ਅੱਗੋਂ ਫਿਰ ਕੋਈ ਆਬਾਦੀ ਸ਼ੁਰੂ ਹੋ ਗਈ ਹੈ, ਮਾਰਕਟ ਹਿਊਸ਼ਬਰਗ, ਇਹ ਵੀ ਕੋਈ ਹਿੱਸਾ ਵੁਰਸਬੁਰਗ ਦਾ ਲੱਗਦਾ। ਬਾਜ਼ ਜਗ੍ਹਾ 'ਤੇ ਛੋਟੀਆਂ ਆਬਾਦੀਆਂ ਜਿਹੜੀਆਂ ਨਜ਼ਰ ਆਉਂਦੀਆਂ ਨੇ। ਇਹ ਦੇਖੋ ਤੁਸੀਂ ਨਵੇਂ ਘਰ ਬਣੇ ਨੇ ਔਰ ਖੂਬਸੂਰਤ। ਇਸ ਸਾਈਡ 'ਤੇ ਕੁਝ ਪੁਰਾਣੇ ਘਰ ਨੇ। ਇਲਾਕੇ ਦਾ ਕੀ ਨਾਂ ਹੈ ਇਹ ਮੈਂ ਨਹੀਂ ਪੜ੍ਹ ਸਕਿਆ, ਲੇਕਿਨ ਮੈਂ ਤੁਹਾਨੂੰ ਦਿਖਾ ਦਿੱਤਾ ਘਰ। ਸ਼ਹਿਰ 'ਚੋਂ ਨਿਕਲ ਕੇ ਇੱਕ ਸਾਈਡ 'ਤੇ ਘਰ ਔਰ ਇੱਕ ਸਾਈਡ 'ਤੇ ਖੁੱਲ੍ਹਾ ਮੈਦਾਨ, ਖੇਤ ਖਲਿਆਣ। ਇਹ ਬੜਾ ਹੀ ਖੂਬਸੂਰਤ ਮੰਜ਼ਰ ਪੇਸ਼ ਕਰਦੇ ਨੇ ਜਦੋਂ ਸਵੇਰ ਦੇ ਟਾਈਮ ਤੁਸੀਂ ਸੈਰ ਵਾਸਤੇ ਨਿਕਲੋ। ਲਓ ਜੀ, ਇਹ ਦੇਖੋ ਦੋਨੋਂ ਸਾਈਡਾਂ 'ਤੇ ਹੁਣ ਖੇਤ ਖਲਿਆਣ, ਕਿਸੇ ਪਾਸੇ ਉੱਚੇ ਨੇ ਕਿਸੇ ਪਾਸੇ ਨੀਵੇਂ ਨੇ। ਇਹ ਸੂਬਾ ਜਿਹੜਾ ਬਾਇਰਨ ਹੈ ਨਾ, ਇਹ ਜਰਮਨੀ ਦਾ ਸਭ ਤੋਂ ਵੱਡਾ ਸੂਬਾ। ਆਬਾਦੀ ਜਿਹੜੀ ਸ਼ਾਇਦ ਦੂਜੇ ਨੰਬਰ 'ਤੇ ਹੋਵੇ, ਲੇਕਿਨ ਰਕਬੇ ਦੇ ਲਿਹਾਜ਼ ਨਾਲ ਖੁੱਲ੍ਹਾ। ਇਹਦੇ ਵਿੱਚ ਜਿਹੜਾ ਮਿਨਿਸਟਰ ਪ੍ਰੈਜ਼ੀਡੈਂਟ ਵਜ਼ੀਰ ਆਲਾ ਉਹ CSU ਤੇ CDU ਇਹਨਾਂ ਨੇ ਹਕੂਮਤ ਕੀਤੀ ਹਮੇਸ਼ਾ ਹੀ ਜਰਮਨੀ ਦੇ ਉੱਤੇ, ਲੇਕਿਨ ਇਸ ਦਫਾ ਇਹਨਾਂ ਨੂੰ ਹਾਰਨਾ ਪਿਆ ਔਰ SPD ਦਾ ਜਿਹੜਾ ਉਹ ਆਇਆ। ਲਓ ਜੀ, ਆਟੋਬਾਨ A3 ਫਰੈਂਕਫਰਟ ਆਮ ਮਾਈਨ ਦੀ ਸ਼ੀਲ ਵੀ ਮਿਲ ਗਈ। ਅੱਲਾ ਖੈਰ ਕਰੀਏ ਤਾਂ ਅਸੀਂ ਫਰੈਂਕਫਰਟ ਰਵਾਨਾ ਹੋ ਗਏ ਹਾਂ, ਲੇਕਿਨ ਜਦ ਪਹੁੰਚ ਵੀ ਜਾਈਏ ਕਿਉਂਕਿ ਗੱਡੀ ਦੀ ਜਿਹੜੀ ਕਲਚ ਪਲੇਟ ਹੈ ਜਿਹੜੀ ਅਸੀਂ ਖਰੀਦੀ ਕਮਜ਼ੋਰ ਹੈ, ਤੇ ਬਾਕੀ ਹੁਣ ਨਾਲ ਦੇ ਨਜ਼ਾਰੇ ਅੱਗੇ। ਲਓ ਜੀ, ਮੈਂ ਕਿਹਾ ਦੋਸਤਾਂ ਨੂੰ ਨਾਲ A3 ਜਿਹੜੀ ਨਿਊਰਨਬਰਗ ਵੱਲੋਂ ਫਰੈਂਕਫਰਟ ਆਉਂਦੀ ਹੈ ਉਹ ਵੀ ਦਿਖਾ ਦਈਏ। ਵੁਰਸਬੁਰਗ ਤੋਂ ਨਿਕਲ ਕੇ ਅਸੀਂ ਹੁਣ ਇਸ ਟਾਈਮ A3 ਤੇ ਚੜ੍ਹ ਗਏ ਹਾਂ। ਇਹਦੇ ਉੱਤੇ ਅਮੂਮਨ ਟਰੱਕਾਂ ਦਾ ਰਾਜ ਹੁੰਦਾ ਹੈ। ਹਜੇ ਸ਼ਾਮ ਜਿਉਂ ਸ਼ਾਮ ਪੈਂਦੀ ਵੱਧਦੀ ਜਾਏਗੀ ਟਰੱਕਾਂ ਦਾ। ਦੇਖੋ ਹਜੇ ਇੰਨਾ ਟਾਈਮ ਨਹੀਂ ਹੋਇਆ, ਲੇਕਿਨ ਇੱਕ ਟਰੱਕ ਬੜੀ ਤਾਦਾਦ 'ਚ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਮੋਟਰਵੇ ਦੇ ਉੱਤੇ, ਕਿਉਂਕਿ ਇਹ ਸਨਅਤੀ ਇਲਾਕਾ ਹੈ। ਇੱਧਰੋਂ ਇਹ ਦਾ ਸਾਈਡ 'ਤੇ ਤੁਸੀਂ ਦੇਖੋ ਉਹ ਪਨ ਬਿਜਲੀ ਦੇ ਹਵਾ ਵਾਲੇ ਉਹ ਵੀ ਪੱਖੇ ਚੱਲ ਰਹੇ ਨੇ, ਔਰ ਇਹ ਥੋੜ੍ਹੀ ਜਿਹੀ ਰੈਸਟ ਕਾਫੀ ਟਰੱਕ ਖੜੇ ਨੇ
ਜਿਨ੍ਹਾਂ ਦਾ ਟਾਈਮ ਪੂਰਾ ਹੋ ਗਿਆ ਹੈ ਸਫ਼ਰ ਕਰਕੇ, ਉਹਨਾਂ ਨੇ ਚੰਦ ਘੰਟੇ ਰੈਸਟ ਕਰਨਾ ਤੇ ਫਿਰ ਅੱਗੇ ਚੱਲ ਸਕਦੇ ਨੇ। ਤੇ ਅਸੀਂ ਭਾਰਤ 404 ਆ ਜਨਾਬ, ਸੂਰਜ ਹੋਣ ਦੇ ਨਾਲ ਡੁੱਬਦੇ ਸੂਰਜ ਦੇ ਨਾਲ ਨਾਲ ਇਹ ਜਿਹੜੀ ਚੀਜ਼ ਦੇਖ ਰਹੇ ਹੋ, ਇੱਕ ਬਹੁਤ ਵੱਡੀ ਜਗ੍ਹਾ ਦੇ ਉੱਤੇ ਉਹਨਾਂ ਨੇ ਨਾ ਪਲੇਟਾਂ ਲਾਈਆਂ ਸਨ ਇਹਦੀਆਂ ਸੋਲਰ ਐਨਰਜੀ ਵਾਸਤੇ। ਇੱਥੋਂ ਬਿਜਲੀ ਪੈਦਾ ਕਰਕੇ ਫਿਰ ਇੱਥੇ ਮੁਖਤਲਿਫ ਇਲਾਕਿਆਂ ਨੂੰ ਸਪਲਾਈ ਕਰਦੇ ਨੇ ਜਾਂ ਫਿਰ ਉਹਨੂੰ ਸਟੋਰ ਕਰਕੇ ਤੇ ਇਹ ਦੇਖੋ ਨਾ ਇਸ ਸਾਈਡ ਤੇ ਸਾਰਾ। ਤੇ ਇਹ ਅਸੀਂ ਇਸ ਟਾਈਮ ਜਾ ਰਹੇ ਹਾਂ A3 ਮੋਟਰਵੇ ਜਿਹੜੀ ਨਿਊਰਨਬਰਗ ਵੁਰਸਬਰਗ ਤੋਂ ਹੁੰਦੇ ਫਰੈਂਕਫਰਟ ਨੂੰ ਜਾਂਦੀ ਹੈ। ਤੇ ਮੈਂ ਕਿਹਾ ਚਲੋ ਨਾ ਇਹ ਦੇਖੋ ਸਾਈਡਾਂ ਤੇ ਸ਼ਾਮ ਹੋ ਗਈ ਹੈ, ਨਜ਼ਾਰੇ ਇੰਨੇ ਖੂਬਸੂਰਤ ਨਹੀਂ ਹੈ ਪਰ ਜਿਸ ਲੈਵਲ ਦੇ ਵੀ ਹੈ ਨੇ, ਮੈਂ ਕਿਹਾ ਚਲੋ ਥੋੜਾ ਬਹੁਤਾ ਤੁਹਾਨੂੰ ਨਾਲ ਦਿਖਾ ਦਈਏ। ਲਓ ਜੀ ਦੋਸਤੋ, ਇਹ ਵੀ ਇੱਕ ਅੱਛਾ ਨਜ਼ਾਰਾ ਦੇਖਣ 'ਚ। ਸਾਹਮਣੇ ਪਹਾੜ ਦੇ ਉੱਤੇ, ਪਹਾੜ ਹੀ ਤੇ ਨਹੀਂ, ਛੋਟਾ ਜਿਹਾ ਟੀਲਾ ਜਿਹਾ ਕਹਿ ਲਓ, ਬਰਫ਼ ਨਜ਼ਰ ਆ ਰਹੀ ਹੈ। ਤੁਹਾਨੂੰ ਅੰਦਾਜ਼ਾ ਹੁੰਦਾ ਕਿ ਇਹ ਜਗ੍ਹਾ ਕਾਫੀ ਉਚਾਈ ਤੇ ਵੇ ਔਰ ਬਾਕੀ ਸਾਈਡਾਂ ਤੇ ਕੋਈ ਜੰਗਲ ਮੰਗਲ ਨੇ ਲੱਗਦਾ। ਸਾਹਮਣੇ ਜਿਹੜੀਆਂ ਕੋਈ ਕਰੰਕ ਆਪਣੇ ਗੱਡੀਆਂ ਕੋਈ ਨੀਲੀ ਲਾਈਟ ਵਾਲੀਆਂ ਜਾ ਰਹੀਆਂ ਨੇ, ਕੋਈ ਮਸਲਾ ਕਿਸੇ ਜਗ੍ਹਾ ਤੇ ਹੋਇਆ ਹੈ। ਬਾਕੀ ਤੁਸੀਂ ਇਹ ਤਰਫ ਬਰਫ਼ ਦੇਖ ਸਕਦੇ ਹੋ। ਇੱਥੋਂ ਕੁਛ ਅੰਦਾਜ਼ਾ ਹੁੰਦਾ ਕਿ ਇਹ ਜਗ੍ਹਾ ਜਿਹੜੀ ਕਾਫੀ ਹਾਈਟ ਤੇ ਵੇ ਇਲਾਕਾ ਨਾ। ਲਓ ਜੀ A3 ਮੋਟਰਵੇ A3 ਜਿਹੜੀ ਵੁਰਸਬਰਗ ਤੇ ਦਾ, ਇਹ ਵੀ ਇੱਕ ਮੰਜ਼ਰ ਸਪੇਸ ਆਰਟ ਜਗ੍ਹਾ ਕੋਈ, ਉਹਦਾ ਟੰਗਸਟਨ ਪੈਟਰੋਲ ਪੰਪ, ਜਿੱਥੇ ਤੋਂ ਥੋੜਾ ਬਹੁਤਾ ਰੁਕ ਸਕਦੇ ਹੋ। ਲਓ ਜੀ ਚੜ੍ਹਾਈ ਤੋਂ ਇੱਕ ਸਾਈਡ ਤੋਂ ਗੱਡੀਆਂ ਉੱਤੇ ਚੜ੍ਹ ਰਹੀਆਂ ਨੇ, ਸਾਡੇ ਵਾਲੇ ਪਾਸੇ ਤੋਂ ਥੱਲੇ ਉਤਰ ਰਹੀਆਂ ਨੇ। ਬੜਾ ਖੂਬਸੂਰਤ ਮੰਜ਼ਰ ਹੈ। ਧੁੱਪ ਹੁੰਦੀ ਤੇ ਜ਼ਰਾ ਸਬਜ਼ਾ ਜਿਹੜਾ ਸੀ ਇਹ ਵੀ ਅੱਛਾ ਨਜ਼ਰ ਆ ਜਾਣਾ ਸੀ। ਬਾਹਰ ਗੱਡੀਆਂ ਦੀਆਂ ਲਾਈਟਾਂ ਹੀ ਨਜ਼ਰ ਆ ਰਹੀਆਂ ਨੇ ਇਸ ਵਕਤ। ਲਓ ਜੀ A3 ਦੇ ਨਜ਼ਾਰੇ ਤੁਸੀਂ ਦੇਖ ਰਹੇ ਹੋ। ਤੇ ਸਕਰੀਨ ਹੈ ਜਿਹਨਾਂ ਦੇਖੋ 100 ਦੀ ਸਪੀਡ ਹੈ। ਅੱਜ ਕੱਲ੍ਹ ਇਹਨਾਂ ਨੇ ਕੀ ਕੀਤਾ ਜਰਮਨੀ 'ਚ ਕਿ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਜੁਰਮਾਨਾ। ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਇਹਤਿਆਤ ਦੀ ਜ਼ਰੂਰਤ ਹੈ। ਅਕਸਰ ਉਹ ਬੇਸ਼ਤਰ ਇਹੋ ਜਿਹੀ ਜਗ੍ਹਾ ਦੇ ਉੱਤੇ ਜਿੱਥੇ ਸਪੀਡ ਇੱਕਦਮ 100 ਦੀ ਆ ਜਾਏ ਔਰ ਇਲਾਕਾ ਕੋਈ ਰਿਹਾਇਸ਼ੀ, ਕੈਮਰਾ ਜਿਹੜਾ ਮੂਵੇਬਲ ਕੈਮਰਾ ਹੈ ਉਹ ਸਾਈਡ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਰੱਖਿਆ ਹੁੰਦਾ। ਬੜੀ ਖੂਬਸੂਰਤ ਜੀ ਤਸਵੀਰ ਖਿੱਚ ਕੇ ਫਿਰ ਤੁਹਾਨੂੰ ਟੀਕਾ ਜਿਹੜਾ ਉਹ ਘਰ ਭੇਜ ਦਿੰਦੇ ਨੇ। ਟਨਲ ਦੇ ਵਿੱਚੋਂ ਗੁਜ਼ਰ ਰਹੇ ਹਾਂ ਅਸੀਂ। ਇਹ ਗਾਲਬਨ ਹੋਸ ਗੋਲਡ ਬਾਖ ਤੇ ਹੋਸ ਬਾਖ, ਅੱਗੇ ਤੁਸੀਂ ਸਿੱਧਿਆਂ ਦੇਖੋ ਤੇ Köln, Frankfurt, Aschaffenburg ਦੀ ਸ਼ਿਪ। ਹਾਂ ਜੀ ਤਕਰੀਬਨ 70-80 ਕਿਲੋਮੀਟਰ ਜਿਹੜੇ 90 ਉਹ ਆ ਗਏ ਆ। ਬਾਕੀ ਹੁਣ 40-45 ਕਿਲੋਮੀਟਰ ਰਹਿ ਗਿਆ। ਉਮੀਦ ਹੈ ਅੱਲਾਹ ਤਾਲਾ ਖੈਰ ਖਰੀਅਤ ਨਾਲ ਘਰ ਪਹੁੰਚਾਏਗਾ। ਫਿਰ ਜਾ ਕੇ ਬਾਅਦ ਦੇਖਾਂਗੇ ਵੀ ਇਹਦੀ ਕਿੰਨਾ ਕੁ ਕੰਮ ਹੋਣਾ ਹੈ, ਕਿੰਨਾ ਕਰਿੰਦਾ। ਮੋਟਰਵੇ A3 ਮਸ਼ਹੂਰ ਮੋਟਰਵੇ ਜਿਹੜੀ ਫਰੈਂਕਫਰਟ ਤੋਂ ਨਿਊਰਨਬਰਗ ਨੂੰ ਜਾਂਦੀ, ਉਹ ਉੱਥੋਂ ਉਸ ਤੋਂ ਵੀ ਅੱਗੇ ਨਿਕਲ ਜਾਂਦੀ। ਲੇਕਿਨ ਬਾਹਰਲ ਮੇਨ ਸ਼ਹਿਰ ਉਹਦੇ ਤੁਸੀਂ ਮਨਾਜ਼ਰ ਦੇਖ ਰਹੇ ਹੋ। ਵੁਰਸਬਰਗ ਤੋਂ ਵਾਪਸੀ ਫਰੈਂਕਫਰਟ ਦੇਖੋ ਸ਼ਾਮ ਦੇ ਟਾਈਮ ਕਿੰਨੀ ਲਾਈਟ ਜਿਹੜੀ ਪੈਂਦੀ ਜਦੋਂ ਬੰਦਾ ਮੋਟਰਵੇ ਉੱਤੇ ਆਪੋਜ਼ਿਟ ਸਾਈਡ ਤੋਂ ਆ ਰਿਹਾ ਹੋਵੇ। ਸਾਈਡਾਂ ਦੇ ਨਜ਼ਾਰੇ ਇੰਨੇ ਖੂਬਸੂਰਤ ਨਹੀਂ ਹੈ ਦੇਖਣ ਵਾਲੇ, ਇਸ ਵਾਸਤੇ ਸਿਰਫ ਇੰਨੀ ਇਕਤਫਾ ਕਰ ਲਏ।